ਜਿੰਦੂ ਜੀ ਨੂੰ ਕਹਿੰਦੇ ਆ ਕਿ ਲੋਕਾਂ ਨੂੰ ਘੱਟੋ ਘੱਟ ਇਹ ਦੱਸੋ, ਤੁਸੀਂ ਦਵਾਈਆਂ ਦੇ ਰੇਟ ਤਾਂ ਦੱਸ ਰਹੇ ਹੋ, 500 ਦੀ ਦਵਾਈ ਹੈ 40 ਰੁਪਏ ਦੀ ਅਸੀਂ ਵੇਚਦੇ ਹਾਂ ਜਾਂ ਫੋਰ ਐਗਜ਼ਾਮਪਲ, ਹੈ ਨਾ। ਤੇ ਜੈਨਰਿਕ ਔਰ ਐਥੀਕਲ ਸਾਡੇ ਦਰਸ਼ਕਾਂ ਨੂੰ ਦੱਸੋ ਅਸਲ ਵਿੱਚ ਹੁੰਦਾ ਕੀ ਹੈ? ਇਹ ਜੈਨਰਿਕ ਦਵਾਈਆਂ ਹੁੰਦੀਆਂ ਨੇ ਜੀ। ਜੈਨਰਿਕ ਤਾਂ ਸਿੱਧੇ ਸਾਲਟ ਦੇ ਨੇਮ ਹੁੰਦੇ ਆ ਉਹਨਾਂ ਦਾ, ਕਿਉਂਕਿ ਗੌਰਮੈਂਟ ਨੇ ਸਾਲਟ ਨੇਮ ਨੂੰ ਜ਼ਿਆਦਾ, ਕਿਉਂਕਿ ਹੁਣ ਵੀ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਡਾਕਟਰ ਨੇ ਉਹ ਸਾਲਟ ਨੇਮ ਹੀ ਲਿਖਣ ਆਪਣੀ ਪਰਚੀ ਤੇ, ਪਰ ਨਹੀਂ ਲਿਖਦੇ ਕਿਉਂਕਿ ਉਹਨਾਂ ਦੇ ਆਪਣੀਆਂ ਮੋਨੋਪੋਲੀਆਂ ਬਣਾਈਆਂ ਹੋਈਆਂ ਨੇ। ਤੁਸੀਂ ਅੱਜ ਵੀ ਤੁਸੀਂ ਜਾ ਕੇ ਦੇਖ ਲਓ, ਮੈਂ ਨਹੀਂ ਕਹਿੰਦਾ, ਤੁਸੀਂ ਵੀ ਕਿਸੇ ਡਾਕਟਰ ਤੋਂ ਦਵਾਈ ਤੇ ਪਰਚੀ ਲਿਖਾ ਲਓ ਔਰ ਤੁਸੀਂ ਕੈਮਿਸਟ ਤੇ ਜਾਓਗੇ ਤੁਹਾਨੂੰ ਦਵਾਈ ਮਿਲੂਗੀ ਨਹੀਂ, ਉਹ ਉੱਥੋਂ ਹੀ ਮਿਲੇਗੀ ਜਿੱਥੋਂ ਉਹਨਾਂ ਦਾ ਆਪਣਾ ਟਾਈ ਅਪ ਕੀਤਾ ਹੋਇਆ। ਵਿਰੋਧ ਆ ਜਿਹੜਾ ਲਗਾਤਾਰ ਜਾਰੀ ਹੈ, ਕਿਤੇ ਨਾ ਕਿਤੇ ਜਿੰਦੂ ਜੀ ਨੂੰ ਧਮਕੀਆਂ ਵੀ ਆ ਰਹੀਆਂ ਨੇ, ਪਰਚੇ ਦਰਜ ਕਰਾਉਣ ਤੱਕ ਦੀ ਗੱਲ ਹੋ ਗਈ ਹੈ। ਲੁਧਿਆਣੇ ਤੋਂ ਹਲਕਾ ਆਤਮਨਗਰ ਦੇ ਐਮਐਲਏ ਸਿਮਰਜੀਤ ਸਿੰਘ ਬੈਂਸ ਹੋਰੀ ਵੀ ਉੱਥੇ ਪਹੁੰਚੇ ਤੇ ਕਾਫੀ ਸਿੱਖ ਜਥੇਬੰਦੀਆਂ ਜਿਹੜੀਆਂ ਉੱਥੇ ਪਹੁੰਚੀਆਂ ਕਿ ਅਸੀਂ ਜਿੰਦੂ ਜੀ ਦੇ ਨਾਲ ਆ। ਧਮਕੀਆਂ ਮਿਲਣਾ ਕਿਵੇਂ ਦੇਖਦੇ ਹੋ, ਕਿੰਨਾ ਕੁ ਸਹੀ ਹੈ? ਦੇਖੋ, ਕਿਸੇ ਨੂੰ ਵੀ ਕੋਈ ਵੀ ਬੰਦਾ ਕਾਰਜ ਕਰ ਰਿਹਾ ਸਮਾਜ ਦੀ ਭਲਾਈ ਲਈ, ਉਹਨੂੰ ਤੁਸੀਂ ਇਹ ਧਮਕੀਆਂ ਦੇਣੀਆਂ ਤਾਂ ਵੈਸੇ ਬਹੁਤ ਮਾੜੀ ਗੱਲ ਆ। ਦੇਖੋ, ਵੈਸੇ ਤਾਂ ਹੁਣ ਤੋਂ ਸ਼ੁਰੂ ਤੋਂ ਹੀ ਚੱਲਿਆ ਆਉਂਦਾ ਵੀ ਜਦੋਂ ਵੀ ਤੁਸੀਂ ਕੋਈ ਚੰਗੀ ਸੇਧ ਲੈ ਕੇ ਸਮਾਜ ਦੀ ਭਲਾਈ ਦੇ ਲਈ ਚੱਲੇ ਹੋ, ਤੁਹਾਡੇ ਵਿਰੋਧੀ ਤਾਂ ਹੁੰਦੇ ਹੀ ਹੁੰਦੇ ਆ। ਪਰ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਅਸੀਂ ਸਮਾਜ ਦੀ ਭਲਾਈ ਦੇ ਲਈ ਕਰਦੇ ਹਾਂ। ਜੇ ਅਗਰ ਕੋਈ ਸਾਡੇ ਕੋਲੇ ਆਊਗਾ ਤਾਂ ਅਸੀਂ ਉਹਨੂੰ ਲਾਗਤ ਮੁੱਲ ਤੇ ਹੀ ਦਵਾਈ ਦੇਵਾਂਗੇ, ਪਰ ਅਸੀਂ ਇਹ ਨਹੀਂ ਕਹਿੰਦੇ ਵੀ ਤੂੰ ਉੱਥੇ ਨਹੀਂ ਜਾਣਾ, ਤੂੰ ਉੱਥੇ ਨਹੀਂ ਜਾਣਾ। ਆਪਣੀ ਮਰਜ਼ੀ ਨਾਲ ਕੋਈ ਆਉਂਦਾ ਤਾਂ ਜੀ ਆਇਆਂ ਨੂੰ। ਅਸੀਂ ਇੰਨੇ ਰੇਟ ਤੇ ਦੇ ਰਹੇ ਹਾਂ, ਚਾਹੇ ਉਹ ਜੈਨਰਿਕ ਸੀ ਚਾਹੇ ਸੀਗੀਆਂ ਦਵਾਈਆਂ, ਪਰ ਲੇਕਿਨ ਕਾਰਨ ਇਹ ਬਣਦਾ ਹੈ, ਕਾਰਨ ਉੱਥੇ ਇਹ ਬਣ ਗਿਆ ਵੀ ਉਹ ਲੋਕਾਂ ਨੂੰ ਇਹ ਚੀਜ਼ ਦੀ ਤਕਲੀਫ ਹੋ ਗਈ ਵੀ ਇਹ ਤੁਸੀਂ ਰੇਟ ਕਿਉਂ ਦੱਸੇ। ਤੁਹਾਡੀਆਂ ਦਵਾਈਆਂ ਜਿਹੜੀਆਂ ਕਿੱਥੋਂ ਆਉਂਦੀਆਂ ਨੇ, ਜਿਹੜੀਆਂ ਮੋਦੀਖਾਨੇ ਦੇ ਤੁਸੀਂ ਸੇਲ ਸਾਡੇ ਵੀ ਜਿੱਥੋਂ ਵੀ ਸਾਰੀ ਮਾਰਕੀਟ ਵਾਲੇ ਖਰੀਦਦੇ ਨੇ, ਅਹਿਮਦਗੜ੍ਹ ਜਿੰਨੇ ਵੀ ਸਾਡੇ ਜਿਹਨੇ ਹੋਲ ਸ਼ਾਪਕੀਪਰ ਨੇ, ਜਿਹਨੇ ਫਾਰਮਾਸਿਸਟ ਨੇ, ਜਿਹੜੇ ਆਪਣੀਆਂ ਦੁਕਾਨਾਂ ਜਿੱਥੋਂ ਦਵਾਈਆਂ ਖਰੀਦਦੇ ਨੇ, ਅਸੀਂ ਵੀ ਉੱਥੋਂ ਹੀ ਲੈਂਦੇ ਹਾਂ। ਸਾਡੇ ਵੀ ਉਸ ਦੁਕਾਨਾਂ ਤੋਂ ਦਵਾਈਆਂ ਆਉਂਦੀਆਂ ਨੇ। ਲੁਧਿਆਣੇ ਹੋਲਸੇਲ ਮਾਰਕੀਟ ਆ ਦਵਾਈਆਂ, ਤੁਸੀਂ ਉੱਥੋਂ ਲੈ? ਹਾਂਜੀ ਹਾਂਜੀ, ਹੋਲਸੇਲ ਮਾਰਕੀਟ ਤੋਂ, ਪਿੰਡੀ ਬਾਜ਼ਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਉੱਤੇ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਸ਼ਾਲ ਸ਼ਾਰਦਾ ਤੇ ਅੱਜ ਅਸੀਂ ਖੜੇ ਹਾਂ ਲੁਧਿਆਣਾ ਦੇ ਨਾਲ ਲੱਗਦੇ ਅਹਿਮਦਗੜ੍ਹ ਮੰਡੀ ਦੇ ਵਿੱਚ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਸੜਕਾਂ ਨੇ ਅਹਿਮਦਗੜ੍ਹ ਮੰਡੀ ਦੀਆਂ ਜਿੱਥੇ ਕਿ ਲੁਧਿਆਣੇ ਦੇ ਮੋਦੀਖਾਨੇ ਤੋਂ ਬਾਅਦ ਅਹਿਮਦਗੜ੍ਹ ਮੰਡੀ ਦੇ ਵਿੱਚ ਵੀ ਮੋਦੀਖਾਨਾ ਖੁੱਲ੍ਹ ਗਿਆ ਹੈ, ਜਿੱਥੇ ਕਿ ਦਵਾਈਆਂ ਜਿਹੜੀਆਂ ਸਸਤੇ ਰੇਟ ਦੇ ਉੱਤੇ ਮਿਲਦੀਆਂ ਨੇ। ਇਹ ਉਹੀ ਮੋਦੀਖਾਨਾ ਜਿਹੜਾ ਕਿ ਲੁਧਿਆਣੇ ਪਵੇਲੀਅਨ ਮਾਲ ਦੇ ਕੋਲੇ ਖੁੱਲ੍ਹਿਆ, ਕਾਫੀ ਵਿਵਾਦਾਂ ਦੇ ਵਿੱਚ ਆ ਮੋਦੀਖਾਨਾ, ਕਿਉਂਕਿ ਬਲਜਿੰਦਰ ਜਿੰਦੂ ਹੋਰਾਂ ਨੂੰ ਅੱਜ ਕੱਲ੍ਹ ਜਿਹੜੀਆਂ ਧਮਕੀਆਂ ਵੀ ਮਿਲ ਰਹੀਆਂ ਨੇ ਕੈਮਿਸਟ ਐਸੋਸੀਏਸ਼ਨਾਂ ਵੱਲੋਂ ਪਰਚੇ ਦਰਜ ਕਰਾਉਣ ਦੀ ਵੀ ਉਹਨਾਂ ਤੇ ਗੱਲ ਜਿਹੜੀ ਆਖੀ ਜਾ ਰਹੀ ਹੈ। ਲੇਕਿਨ ਸੋਸ਼ਲ ਮੀਡੀਆ ਕਿਤੇ ਨਾ ਕਿਤੇ ਭਰਿਆ ਪਿਆ, ਹਰੇਕ ਸ਼ਹਿਰ ਦੇ ਵਿੱਚੋਂ ਪੋਸਟਾਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਪੈ ਰਹੀਆਂ ਨੇ ਕਿ ਸਾਡੇ ਸ਼ਹਿਰ ਦੇ ਵਿੱਚ ਵੀ ਮੋਦੀਖਾਨਾ ਖੋਲ੍ਹਿਆ ਜਾਵੇ। ਕੋਈ ਕਹਿੰਦਾ ਕਿ ਅਸੀਂ ਇੱਕ ਦੁਕਾਨ ਆ, ਕੋਈ ਕਹਿੰਦਾ 2 ਦੁਕਾਨਾਂ ਨੇ ਸਾਡੇ ਕੋਲ ਪਈਆਂ, ਉੱਥੇ ਮੋਦੀਖਾਨਾ ਜਿਹੜਾ ਖੋਲ੍ਹਿਆ ਜਾਵੇ, ਅਸੀਂ ਕਿਰਾਇਆ ਨਹੀਂ ਲਵਾਂਗੇ। ਲੋਕਾਂ ਦੀ ਸੇਵਾ ਜਿਹੜੀ ਹੈ, ਕਿਉਂਕਿ ਇਹ ਉਹ ਮੋਦੀਖਾਨਾ ਜਿਹੜਾ ਕਿ ਫੈਕਟਰੀ ਰੇਟਾਂ ਦੇ ਉੱਤੇ ਜਿਹੜਾ ਦਵਾਈਆਂ ਨੇ ਜਿਹੜੀਆਂ ਉਹ ਲੋਕਾਂ ਤੱਕ ਮੁਹੱਈਆ ਕਰਵਾ ਰਹੇ ਨੇ। ਕਿਤੇ ਨਾ ਕਿਤੇ ਮੈਡੀਕਲ ਐਸੋਸੀਏਸ਼ਨ ਜਿਹੜੇ ਹੈਗੇ ਆ ਹੱਥ ਧੋ ਕੇ ਮੈਂ ਕਹੂੰਗਾ ਕਿ ਜਿੰਦੂ ਦੇ ਮਗਰ ਪਏ ਹੋਏ ਨੇ। ਕਾਫੀ ਵਿਵਾਦਾਂ ਦੇ ਵਿੱਚ ਰਿਹਾ ਸਾਰਾ ਮਾਮਲਾ। ਕੱਲ੍ਹ ਦੀ ਹੀ ਗੱਲ ਹੈ ਕਿ ਲੁਧਿਆਣਾ ਤੋਂ ਹਲਕਾ ਆਤਮਨਗਰ ਜਿਹੜੇ ਐਮਐਲਏ ਆ ਸਿਮਰਜੀਤ ਸਿੰਘ ਬੈਂਸ, ਉਹ ਵੀ ਉਹਨਾਂ ਦੀ ਸਪੋਰਟ ਦੇ ਵਿੱਚ ਉੱਥੇ ਪਹੁੰਚੇ ਤੇ ਕਾਫੀ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦੀ ਸਪੋਰਟ ਦੇ ਵਿੱਚ ਉੱਥੇ ਪਹੁੰਚੀਆਂ ਨੇ। ਲੇਕਿਨ ਉਸ ਦੇ ਬਾਵਜੂਦ ਜਿਹੜਾ ਮੈਂ ਕਹਾਂ ਕਿ ਲੁਧਿਆਣੇ ਦੇ ਮੋਦੀਖਾਨੇ ਤੋਂ ਬਾਅਦ ਦੂਸਰਾ ਮੋਦੀਖਾਨਾ ਜਿਹੜਾ ਲੁਧਿਆਣੇ ਦੇ ਨਾਲ ਲੱਗਦੇ ਅਹਿਮਦਗੜ੍ਹ ਮੰਡੀ ਦੇ ਵਿੱਚ ਖੁੱਲ੍ਹ ਚੁੱਕਿਆ। ਜਿਹੜੇ ਇੱਥੇ ਦੇ ਪ੍ਰਬੰਧਕ ਨੇ, ਹਾਲਾਂਕਿ ਪ੍ਰਬੰਧਕ ਤਾਂ ਬਲਜਿੰਦਰ ਜਿੰਦੂ ਜਿਹੜੇ ਹੈਗੇ ਲੁਧਿਆਣਾ ਤੋਂ ਉਹੀ ਨੇ, ਲੇਕਿਨ ਜਿਹੜੇ ਇੱਥੇ ਦੇ ਪ੍ਰਬੰਧਕ ਨੇ ਇਸ ਮੋਦੀਖਾਨੇ ਨੂੰ ਚਲਾ ਰਹੇ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸੋ ਲੁਧਿਆਣੇ ਤੋਂ ਬਾਅਦ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਦੂਸਰਾ ਮੋਦੀਖਾਨਾ ਜਿਹੜਾ ਲੁਧਿਆਣੇ ਦੇ ਨਾਲ ਲੱਗਦੇ ਅਹਿਮਦਗੜ੍ਹ ਮੰਡੀ ਦੇ ਵਿੱਚ ਖੁੱਲ੍ਹ ਚੁੱਕਿਆ। ਸਾਡੇ ਨਾਲ ਜਿਹੜੇ ਪ੍ਰਬੰਧਕ ਨੇ, ਜਿਹੜੇ ਬੇਸ਼ੱਕ ਪ੍ਰਬੰਧਕ ਤਾਂ ਜਿੰਦੂ ਜੀ ਨੇ, ਲੇਕਿਨ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਜਿਹੜੇ ਇਸ ਮੋਦੀਖਾਨੇ ਨੂੰ ਚਲਾ ਰਹੇ ਨੇ, ਸਸਤੀਆਂ ਦਵਾਈਆਂ ਜਿਹੜੀਆਂ ਲੋਕਾਂ ਤੱਕ ਮੁਹੱਈਆ ਕਰਵਾ ਰਹੇ ਨੇ, ਉਹਨਾਂ ਪ੍ਰਬੰਧਕਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਡਾਕਟਰ ਰੁਪਿੰਦਰ
ਸਿੰਘ ਜੀ ਨੇ, ਜੋ ਕਿ ਇਸ ਮੋਦੀਖਾਨੇ ਦੀ ਜਿਹੜੀ ਦੇਖ ਰੇਖ ਆ ਉਹ ਸਾਂਭ ਸੰਭਾਲ ਆ ਜਿਹੜਾ ਸਾਰਾ ਕਰਤਾ ਧਰਤਾ ਉਹ ਹੈਗੇ ਨੇ, ਇਸ ਮੋਦੀਖਾਨੇ ਨੂੰ ਦੇਖਦੇ ਨੇ। ਸਰ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਸਰ ਇਹ ਮੋਦੀਖਾਨਾ ਦੂਸਰਾ ਮੋਦੀਖਾਨਾ ਲੁਧਿਆਣੇ ਤੋਂ ਬਾਅਦ ਅਹਿਮਦਗੜ੍ਹ ਮੰਡੀ ਦੇ ਵਿੱਚ ਖੁੱਲ ਚੁੱਕਿਆ। ਲਗਾਤਾਰ ਪੋਸਟਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਜਾਰੀ ਨੇ ਲੋਕਾਂ ਦੀਆਂ ਕਿ ਸਾਡੇ ਸ਼ਹਿਰ ਦੇ ਵਿੱਚ ਵੀ ਮੋਦੀਖਾਨਾ ਖੋਲ੍ਹੋ, ਸਾਡੇ ਸ਼ਹਿਰ ਦੇ ਵਿੱਚ ਵੀ ਖੋਲ੍ਹੋ। ਕਿਤੇ ਨਾ ਕਿਤੇ ਇੱਕ ਸਸਤੀਆਂ ਦਵਾਈਆਂ ਲੋਕਾਂ ਤੱਕ ਮੁਹੱਈਆ ਕਰਵਾ ਰਹੇ ਹੋ ਤੁਸੀਂ, ਇਹਦੇ ਪਿੱਛੇ ਕਾਰਨ ਕੀ ਹੈ ਜੀ? ਦੇਖੋ ਜੀ, ਜਿਸ ਤਰ੍ਹਾਂ ਤਾਂ ਲੋਕਾਂ ਦੀ ਤੁਸੀਂ ਦੱਸ ਰਹੇ ਹੋ ਵੀ ਬੜੀ ਡਿਮਾਂਡ ਆ ਰਹੀ ਆ, ਬਾਕੀ ਇਹ ਆ ਰਹੀ ਆ ਸਾਡੇ ਕੋਲ ਵੀ ਬਹੁਤ ਫੋਨ ਆਉਂਦੇ ਆ, ਕਿਉਂਕਿ ਇਹ ਕਾਰਨ ਕੁਝ ਜਿਸ ਤਰ੍ਹਾਂ ਇਹ ਕਰੋਨਾ ਮਹਾਮਾਰੀ ਦਾ ਜਿਹੜਾ ਟਾਈਮ ਚੱਲ ਰਿਹਾ, ਇਸ ਦੇ ਦੌਰਾਨ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ ਹੈ ਨਾ। ਜਿਹੜੇ ਮਜ਼ਦੂਰ ਬੰਦੇ ਨੇ ਉਹ ਦਿਹਾੜੀਆਂ ਕਰਕੇ ਪੈਸੇ ਕਮਾਉਂਦੇ ਸੀ, ਉਹਨਾਂ ਦੇ ਕਾਰੋਬਾਰ ਬੰਦ ਹੋ ਗਏ, ਪੈਸੇ ਦੀ ਬਹੁਤ ਕਮੀ ਆ ਗਈ, ਸਾਰੇ ਪਾਸੇ ਹੀ ਮਤਲਬ ਹਾਹਾਕਾਰ ਮੱਚੀ ਹੋਈ ਆ। ਉਹਨਾਂ ਨੂੰ ਦੇਖਦੇ ਹੋਏ, ਕਿਉਂਕਿ ਬਿਮਾਰੀਆਂ ਦੇ ਨਾਲ ਲੜਨ ਲਈ ਦਵਾਈਆਂ ਦੀ ਲੋੜ ਆ, ਦਵਾਈਆਂ ਇੰਨੀਆਂ ਜ਼ਿਆਦਾ ਮਹਿੰਗੀਆਂ ਨੇ, ਇੰਨੀਆਂ ਜ਼ਿਆਦਾ ਉਹਨਾਂ ਦੇ ਕਾਸਟ ਨੇ, ਉਸ ਕਰਕੇ ਹਰ ਕੋਈ ਬੰਦਾ ਅਫੋਰਡ ਨਹੀਂ ਕਰ ਪਾਉਂਦਾ। ਇਸ ਕਰਕੇ ਜਿਹੜੀਆਂ ਕੁਝ ਸੰਸਥਾਵਾਂ NGO ਨੇ ਪਹਿਲਾਂ ਫ੍ਰੀ ਦਵਾਈਆਂ ਵੀ ਵੰਡੀਆਂ ਨੇ, ਪਰ ਲੇਕਿਨ ਦੇਖੋ ਹਰ ਕੋਈ ਇੰਨੀ ਤਾਂ ਨਹੀਂ ਫ੍ਰੀ ਦਵਾਈ ਵੰਡ ਸਕਦਾ। ਲੇਕਿਨ ਫਿਰ ਇੱਕ ਵਧੀਆ ਸੋਚ ਲੈ ਕੇ ਬੰਦੇ ਚੱਲੇ ਨੇ, ਜਿਹੜੇ ਕਿ ਅਸੀਂ ਘੱਟੋ ਘੱਟ ਲਾਗਤ ਮੁੱਲ ਦੇ ਉੱਤੇ ਹੀ ਇਹਦੀ ਦਵਾਈਆਂ ਮੁਹੱਈਆ ਕਰ ਦਈਏ, ਤਾਂ ਕਿ ਬੰਦੇ ਨੂੰ ਦਵਾਈ ਲੈ ਕੇ ਆਪਣਾ ਜਿਹੜਾ ਇਲਾਜ, ਕਿਉਂਕਿ ਵੈਸੇ ਹਰ ਇੱਕ ਦਵਾਈ ਨਾਲ ਇਲਾਜ ਤਾਂ ਨਹੀਂ ਹੁੰਦਾ, ਟ੍ਰੀਟਮੈਂਟ ਹੀ ਹੁੰਦਾ ਵਾ, ਪਰ ਫਿਰ ਵੀ ਚਲੋ ਕੁਛ ਨਾ ਕੁਛ ਰਾਹਤ ਮਿਲਦੀ ਆ ਬੰਦੇ ਦੀ ਜੇਬ ਤੇ, ਉਹਨੂੰ ਰਾਹਤ ਮਿਲ ਕੇ ਉਹਦੇ ਨਾਲ ਜਿਹੜਾ ਉਹਦਾ ਹੱਲ ਹੁੰਦਾ ਜੀਵਨ ਦੇ ਵਿੱਚ। ਸਰ ਵਿਰੋਧ ਆ ਜਿਹੜਾ ਲਗਾਤਾਰ ਜਾਰੀ ਹੈ, ਕਿਤੇ ਨਾ ਕਿਤੇ ਜਿੰਦੂ ਜੀ ਨੂੰ ਧਮਕੀਆਂ ਵੀ ਆ ਰਹੀਆਂ ਨੇ, ਪਰਚੇ ਦਰਜ ਕਰਾਉਣ ਤੱਕ ਦੀ ਗੱਲ ਹੋ ਗਈ ਹੈ। ਲੁਧਿਆਣੇ ਤੋਂ ਹਲਕਾ ਆਤਮਨਗਰ ਦੇ MLA ਸਿਮਰਜੀਤ ਸਿੰਘ ਬੈਂਸ ਹੋਰੀ ਵੀ ਉੱਥੇ ਪਹੁੰਚੇ ਤੇ ਕਾਫੀ ਸਿੱਖ ਜਥੇਬੰਦੀਆਂ ਜਿਹੜੀਆਂ ਉੱਥੇ ਪਹੁੰਚੀਆਂ ਕਿ ਅਸੀਂ ਜਿੰਦੂ ਜੀ ਦੇ ਨਾਲ ਹਾਂ। ਧਮਕੀਆਂ ਮਿਲਣਾ ਕਿਵੇਂ ਦੇਖਦੇ ਹੋ, ਕਿੰਨਾ ਕੁ ਸਹੀ ਹੈ? ਦੇਖੋ, ਕਿਸੇ ਨੂੰ ਵੀ ਕੋਈ ਵੀ ਬੰਦਾ ਕਾਰਜ ਕਰ ਰਿਹਾ ਸਮਾਜ ਦੀ ਭਲਾਈ ਲਈ, ਉਹਨੂੰ ਤੁਸੀਂ ਇਹ ਧਮਕੀਆਂ ਦੇਣੀਆਂ ਤਾਂ ਵੈਸੇ ਬਹੁਤ ਮਾੜੀ ਗੱਲ ਆ। ਦੇਖੋ ਵੈਸੇ ਤਾਂ ਹੁਣ ਤੋਂ ਸ਼ੁਰੂ ਤੋਂ ਹੀ ਚੱਲਿਆ ਆਉਂਦਾ ਵੀ ਜਦੋਂ ਵੀ ਤੁਸੀਂ ਕੋਈ ਚੰਗੀ ਸੇਧ ਲੈ ਕੇ ਸਮਾਜ ਦੀ ਭਲਾਈ ਦੇ ਲਈ ਚੱਲੇ ਹੋ, ਤੁਹਾਡੇ ਵਿਰੋਧੀ ਤਾਂ ਹੁੰਦੇ ਹੀ ਹੁੰਦੇ ਆ, ਪਰ ਲੇਕਿਨ ਸਾਨੂੰ ਫਿਰ ਵੀ ਜਿਹੜਾ ਅਸੀਂ ਉਸ ਇਨਸਾਨ ਦੇ ਨਾਲ ਅਸੀਂ ਖੜੇ ਹਾਂ ਡਟ ਕੇ, ਸਾਰੀਆਂ ਜਥੇਬੰਦੀਆਂ ਖੜੀਆਂ ਨੇ, ਤੇ ਲੋਕਾਂ ਨੂੰ ਵੀ ਸਮਾਜ ਦੇ ਵਿੱਚ ਅੱਜ ਪਤਾ ਚੱਲ ਗਿਆ ਵੀ ਕੌਣ ਸਹੀ ਆ ਤੇ ਕੌਣ ਗਲਤ ਆ। ਪਰ ਲੇਕਿਨ ਫਿਰ ਵੀ ਅਸੀਂ ਬੇਨਤੀ ਕਰਦੇ ਹਾਂ, ਜਿਹੜੇ ਲੋਕ ਉਹਦਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ, ਕਿਉਂਕਿ ਉਹ ਵੀ ਸਮਾਜ ਦਾ ਹਿੱਸਾ ਨੇ, ਉਹ ਵੀ ਇਸੇ ਸਮਾਜ 'ਚ ਵਸ ਰਹੇ ਨੇ, ਉਹ ਆਪਣੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਹੰਕਾਰ ਜਾਂ ਇਹਨਾਂ ਨੂੰ ਚੀਜ਼ਾਂ ਨੂੰ ਛੱਡ ਕੇ ਉਹ ਸਗੋਂ ਸਮਾਜ ਦੇ ਨਾਲ ਜੁੜਨ ਤੇ ਲੋਕਾਂ ਦਾ ਫਾਇਦੇ ਲਈ ਉਹ ਵੀ ਅੱਗੇ ਆਉਣ, ਤਾਂ ਕਿ ਇਹਨਾਂ ਜਿੰਦੂ ਵੀਰ ਜੀ ਜਾਂ ਹੋਰ ਜਿਹੜੇ ਬੰਦੇ ਅਸੀਂ ਵੀ ਲੱਗੇ ਹੋਏ ਆ, ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਹੀ ਨਾ ਪਵੇ। ਉਹੀ ਆਪਣੇ ਜਿਹੜੇ ਮਾਰਜਨ ਨੂੰ ਘਟਾ ਕੇ ਆਪਣੀਆਂ ਦਵਾਈਆਂ ਦੇ ਰੇਟ ਇੰਨੇ ਤੱਕ ਸੈੱਟ ਕਰ ਦੇਣ ਕਿ ਤਾਂ ਕਿ ਇਸ ਤਰ੍ਹਾਂ ਦੇ ਮੋਦੀਖਾਨੇ ਖੋਲ੍ਹਣ ਦੀ ਕਿਸੇ ਨੂੰ ਲੋੜ ਹੀ ਨਾ ਪਵੇ। ਸਰ ਤੁਸੀਂ ਮੋਦੀਖਾਨਾ ਖੋਲ੍ਹਿਆ ਅਹਿਮਦਗੜ੍ਹ ਮੰਡੀ ਦੇ ਵਿੱਚ, ਤੁਹਾਨੂੰ ਵੀ ਧਮਕੀਆਂ ਮਿਲੀਆਂ? ਨਹੀਂ, ਸਾਨੂੰ ਹਜੇ ਫਿਲਹਾਲ ਇਸ ਤਰ੍ਹਾਂ ਦਾ ਕੋਈ ਨਹੀਂ, ਕਿਉਂਕਿ ਸਾਡਾ ਜਿਹੜਾ ਛੋਟਾ ਜਿਹਾ ਕਸਬਾ ਆ, ਸਾਰੇ ਹੀ ਲੋਕ ਬੜੇ ਮਿਲਵਰਤਨ ਦੇ ਨਾਲ ਰਹਿ ਰਹੇ ਨੇ, ਇੱਥੇ ਬੜਾ ਪ੍ਰੇਮ ਆ ਸਾਰਿਆਂ ਦੇ ਵਿੱਚ। ਹਾਂ ਠੀਕ ਹੈ, ਦੇਖੋ ਤਕਲੀਫ ਤਾਂ ਹਰ ਇੱਕ ਨੂੰ ਹੁੰਦੀ ਆ, ਫਿਰ ਵੀ ਪਰ ਅਸੀਂ ਉਹਨਾਂ ਨੂੰ ਜਿਹੜਾ ਆਸ਼ਵਾਸਨ ਦਿੱਤਾ ਵੀ ਦੇਖੋ ਅਸੀਂ ਕਿਸੇ ਦੀ ਰੋਜੀ ਰੋਟੀ ਤੇ ਨਹੀਂ ਅਸੀਂ ਇਸ ਤਰ੍ਹਾਂ ਕਰਦੇ ਟਾਰਗੇਟ, ਪਰ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਅਸੀਂ ਸਮਾਜ ਦੀ ਭਲਾਈ ਦੇ ਲਈ ਕਰਦੇ ਹਾਂ। ਜੇ ਅਗਰ ਕੋਈ ਸਾਡੇ ਕੋਲੇ ਆਊਗਾ ਤਾਂ ਅਸੀਂ ਉਹਨੂੰ ਲਾਗਤ ਮੁੱਲ ਤੇ ਹੀ ਦਵਾਈ ਦੇਵਾਂਗੇ, ਪਰ ਅਸੀਂ ਇਹ ਨਹੀਂ ਕਹਿੰਦੇ ਵੀ ਤੂੰ ਉੱਥੇ ਨਹੀਂ ਆਉਣਾ, ਤੂੰ ਉੱਥੇ ਨਹੀਂ ਆਉਣਾ। ਆਪਣੀ ਮਰਜ਼ੀ ਨਾਲ ਕੋਈ ਆਉਂਦਾ ਤਾਂ ਜੀ ਆਇਆਂ ਨੂੰ। ਇੱਥੇ ਮੈਂ ਦੱਸ ਦੇਵਾਂ ਕਿ ਜਦੋਂ ਲੁਧਿਆਣੇ ਦਾ ਮੋਦੀਖਾਨਾ ਖੁੱਲ੍ਹਿਆ ਸੀ, ਮੈਂ ਖੁਦ ਉੱਥੇ ਆਪ ਕਵਰੇਜ ਕਰਨ ਲਈ ਗਿਆ ਸੀਗਾ। ਕਿਤੇ ਨਾ ਕਿਤੇ ਸਾਡੇ ਵੀ ਦਿਮਾਗ 'ਚ, ਆਮ ਲੋਕਾਂ ਦੇ ਦਿਮਾਗ 'ਚ ਵੀ ਇੱਕ ਬੜੀ ਛੋਟੀ ਜਿਹੀ ਇਹ ਗੱਲ ਸੀਗੀ ਕਿ ਸਸਤੀਆਂ ਦਵਾਈਆਂ ਮਿਲਣਗੀਆਂ। ਲੇਕਿਨ ਅੱਜ ਅਗਰ ਉਹੀ ਥਾਂ ਲੁਧਿਆਣੇ ਦਾ ਪਵੇਲੀਅਨ ਮਾਲ ਦੇ ਕੋਲੇ ਜਿਹੜਾ ਮੋਦੀਖਾਨਾ ਦੇਖਿਆ ਜਾਵੇ, ਇੰਨਾ ਰਸ਼ ਹੁੰਦਾ, ਇੰਨੀ ਭੀੜ ਉੱਥੇ ਜਮ੍ਹਾਂ ਹੁੰਦੀ ਆ, ਦੂਰੋਂ ਦੂਰੋਂ ਲੋਕ ਦਵਾਈਆਂ ਲੈਣ ਵਾਸਤੇ ਉੱਥੇ ਪਹੁੰਚਦੇ ਨੇ, ਕਿਉਂਕਿ ਦਵਾਈਆਂ ਉੱਥੇ ਸਸਤੀਆਂ ਮਿਲਦੀਆਂ ਨੇ। ਇਹੋ ਜਿਹੇ ਹਾਲਾਤ ਬਣ ਗਏ ਕਿ ਉੱਥੇ ਇੱਕ ਮੇਲੇ ਦੀ ਤਰ੍ਹਾਂ ਇਕੱਠ ਲੱਗਿਆ ਹੁੰਦਾ ਲੋਕਾਂ ਦਾ, ਦਵਾਈਆਂ ਲੈਣ ਵਾਲਿਆਂ ਦਾ। ਕਦੇ ਸੋਚਿਆ ਸੀਗਾ ਕਿ ਉਸ ਤੋਂ ਬਾਅਦ ਇਹ ਨਤੀਜਾ ਨਿਕਲੂਗਾ, ਧਮਕੀਆਂ ਤੇ ਗੱਲ ਪਹੁੰਚ ਜਾਊਗੀ? ਜਾਂ ਦੇਖੋ ਜੀ, ਹੁਣ ਤੁਹਾਨੂੰ ਮੈਂ ਜਿਵੇਂ ਪਹਿਲਾਂ ਹੀ ਆਪਾਂ ਗੱਲ ਸ਼ੁਰੂ ਕੀਤੀ ਆ ਵੀ ਲੋਕ ਦੁਖੀ ਹੋਏ ਨੇ, ਆਮਦਨ ਹੈ ਨਹੀਂ ਗੀ, ਖਰਚੇ ਜ਼ਿਆਦਾ ਨੇ, ਪਰ ਦਵਾਈ ਇੱਕ ਇਹੋ ਜਿਹੀ ਚੀਜ਼, ਇੱਕ ਹਿੱਸਾ ਬਣ ਗਿਆ ਸਰੀਰ ਦਾ ਵੀ ਕਈ ਲੋਕਾਂ ਨੂੰ ਡਾਕਟਰ ਨੇ ਕਿਹਾ ਵੀ ਜਿੰਨੀ ਤੁਹਾਡੀ ਜ਼ਿੰਦਗੀ ਆ ਤੁਸੀਂ ਰੋਟੀ ਖਾਣੀ ਭੁੱਲ ਜਾਓ, ਦਵਾਈ ਖਾਣੀ ਨਹੀਂ ਭੁੱਲਣੀ। ਪਰ ਹੁਣ ਦੇਖੋ ਦਵਾਈਆਂ ਦੇ ਮਹਿੰਗਾਈ ਇੰਨੀ ਜ਼ਿਆਦਾ ਆ, ਦਵਾਈਆਂ ਇੰਨੀਆਂ ਮਹਿੰਗੀਆਂ ਨੇ, ਹਰ ਇੱਕ ਬੰਦੇ ਨੂੰ ਲੈਣੀਆਂ ਔਖੀਆਂ ਨੇ। ਪਰ ਇਹ ਜਿਹੜੀਆਂ ਮੋਦੀਖਾਨਾ ਖੁੱਲ੍ਹਣ ਨਾਲ ਉਹਨਾਂ ਦੇ ਜਿਹੜੇ ਸਾਹ ਦੇ ਸਾਹ ਆਇਆ ਵੀ ਦਵਾਈ ਤਾਂ ਸਾਨੂੰ ਖਾਣੀ ਪੈਣੀ ਹੈ, ਚਲੋ ਇੱਕ ਸਸਤੇ ਰੇਟ ਤੇ ਸਾਨੂੰ ਦਵਾਈ ਮਿਲ ਰਹੀ ਆ, ਅਸੀਂ ਦੂਰੋਂ ਚੱਲ ਕੇ ਵੀ ਲੈ ਕੇ ਆਉਣ ਨੂੰ ਤਿਆਰ ਆ, ਲਾਈਨਾਂ 'ਚ ਖੜ੍ਹ ਕੇ ਧੁੱਪ ਦੇ ਵਿੱਚ ਵੀ ਲੋਕ ਖੜ੍ਹ ਕੇ ਦਵਾਈ ਲੈਣ ਨੂੰ ਤਿਆਰ ਨੇ। ਤੁਸੀਂ ਇਹ ਤੋਂ ਅੰਦਾਜ਼ਾ ਲਾ ਲਓ ਵੀ ਲੋਕ ਕਿੰਨੇ ਕੁ ਦੁਖੀ ਨੇ ਮਹਿੰਗਾਈ ਤੋਂ। ਤੁਸੀਂ ਹਰ ਰੋਜ਼ ਕੋਈ ਨਾ ਕੋਈ ਚੀਜ਼ ਦਾ ਰੇਟ ਵੱਧ ਰਿਹਾ, ਮਹਿੰਗਾਈ ਵੱਧ ਰਹੀ ਆ, ਤੇ ਇਹ ਸਾਰਾ ਜੇਬਾਂ ਤੇ ਹੀ ਡਾਕਾ ਪੈ ਰਿਹਾ ਨਾ ਲੋਕਾਂ ਦੇ, ਆਮ ਲੋਕਾਂ ਦੇ। ਜਿਹੜਾ ਕੋਲੇ ਪੈਸੇ ਹੈਗੇ ਆ
ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਹੈਗਾ, ਉਹ ਚਾਹੇ ਡੀਐਮਸੀ ਤੋਂ ਲੈਣ ਚਾਹੇ ਸੀਐਮਸੀ ਤੋਂ ਲੈਣ ਚਾਹੇ ਤੋਂ ਵੀ ਲੈ ਲੈਣ, ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ। ਪਰ ਜਿਹੜਾ ਆਮ ਇਨਸਾਨ ਆ, ਆਮ ਦਿਹਾੜੀ ਮਜ਼ਦੂਰ ਕਰਨ ਵਾਲਾ ਜਾਂ ਆਮ ਕੋਈ ਵੀ ਕਿਸਾਨ ਆ, ਉਹਨਾਂ ਦੀ ਤਾਂ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਉਹ ਇਸ ਕਰਕੇ ਉਹ ਲਾਈਨਾਂ 'ਚ ਲੱਗ ਕੇ ਵੀ ਖੜ ਕੇ ਲੈਣ ਨੂੰ ਤਿਆਰ ਨੇ। ਸਰ ਮੈਂ ਮੰਡੀ ਅਹਿਮਦਗੜ੍ਹ ਦੀ ਗੱਲ ਨਹੀਂ ਕਰਦਾ, ਮੈਂ ਲੁਧਿਆਣੇ ਦੀ ਗੱਲ ਕਰਦਾ। ਲੁਧਿਆਣੇ ਵਿੱਚ ਇਕੱਲਾ ਮੋਦੀਖਾਨਾ, ਲੁਧਿਆਣਾ ਇੱਕ ਮਹਾਨਗਰ ਹੈ, ਬਹੁਤ ਵੱਡੀ ਆਬਾਦੀ ਹੈ। ਲੁਧਿਆਣੇ ਦਾ ਇਕੱਲਾ ਮੋਦੀਖਾਨਾ ਕੀ ਲੁਧਿਆਣੇ ਦੀ ਪੂਰੀ ਮੈਡੀਕਲ ਐਸੋਸੀਏਸ਼ਨ ਨੂੰ ਕਿਤੇ ਨਾ ਕਿਤੇ ਮਾਤ ਪਾ ਸਕਦਾ? ਨਹੀਂ ਜੀ, ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ। ਦੇਖੋ ਲੁਧਿਆਣੇ ਦੀ ਇੰਨੀ ਮਹਾਨਗਰ ਹੈਗਾ ਆ, ਇੱਕ ਛੋਟਾ ਜਿਹਾ ਦੁਕਾਨ ਆ ਜਿਹੜੀ ਪਵੇਲੀਅਨ ਮਾਲ ਦੇ ਕੋਲੇ ਖੁੱਲੀ ਆ, ਜੇ ਤੁਸੀਂ ਕਹੋ ਤਾਂ ਵੀ ਉਹ ਇੰਨੀ ਆਬਾਦੀ ਨੂੰ ਕਵਰ ਅਪ ਕਰ ਲੇਗਾ, ਉਹ ਨਹੀਂ ਕਰ ਸਕਦਾ। ਇਹ ਇੱਕ ਸਾਡੇ ਜਿਹੜੇ ਲੋਕਾਂ ਦੇ ਜਿਹੜੇ ਵੀ ਜਿੰਨੇ ਵੀ ਇਸ ਕੰਮ ਦੇ ਨਾਲ ਕਾਰੋਬਾਰ ਨਾਲ ਜੁੜੇ ਹੋਏ ਨੇ, ਉਹਨਾਂ ਦੇ ਇੱਕ ਮਨ ਦੀ ਸ਼ੰਕਾ ਹੀ ਆ। ਦੇਖੋ ਉਹ ਵੀ ਸਗੋਂ ਇਸ ਸਮਾਜ ਦੇ ਵਿੱਚ ਆ ਕੇ ਸਗੋਂ ਨਾਲ ਉਹ ਵੀ ਹੈਲਪ ਦੇ ਤੌਰ ਤੇ ਨਾਲ ਜੁੜਨ, ਤਾਂ ਕਿ ਉਹ ਵੀ ਆਪਣੇ ਰੇਟ ਘਟਾ ਕੇ ਲੋਕਾਂ ਦੇ ਵਿੱਚ ਆਪਣੀ ਜੇ ਆਵਾਜ਼ ਲੈ ਕੇ ਜਾਣ ਵੀ ਅਸੀਂ ਵੀ ਤੁਹਾਨੂੰ ਸਸਤੇ ਭਾਵਾਂ। ਪਰ ਉਹਨਾਂ ਲੋਕਾਂ ਨੂੰ ਤਕਲੀਫ ਕਿਸ ਗੱਲ ਦੀ ਹੈ ਜੀ? ਤਕਲੀਫ ਇਹੀ ਹੈ ਜੀ, ਜਦੋਂ ਪਿੱਛੇ ਜੇ ਜਿੰਦੂ ਜੀ ਨੇ ਥੋੜਾ ਜਿਹਾ ਦਵਾਈਆਂ ਦੀ ਜਿਹੜੀ ਹਾਈਲਾਈਟ ਕੀਤਾ ਵੀ ਦੇਖੋ ਇਹ ਦਵਾਈ ਦਾ ਇੰਨਾ ਰੇਟ ਹੈਗਾ, ਅਸੀਂ ਇੰਨੇ ਰੇਟ ਤੇ ਦੇ ਰਹੇ ਹਾਂ, ਚਾਹੇ ਉਹ ਜੈਨਰਿਕ ਸੀ ਚਾਹੇ ਸੀਗੀਆਂ ਦਵਾਈਆਂ। ਪਰ ਲੇਕਿਨ ਕਾਰਨ ਇਹ ਬਣਦਾ ਹੈ, ਕਾਰਨ ਉੱਥੇ ਇਹ ਬਣ ਗਿਆ ਵੀ ਉਹ ਲੋਕਾਂ ਨੂੰ ਇਹ ਚੀਜ਼ ਦੀ ਤਕਲੀਫ ਹੋ ਗਈ ਵੀ ਇਹ ਤੁਸੀਂ ਰੇਟ ਕਿਉਂ ਦੱਸੇ। ਤੁਸੀਂ ਕਿਤੇ ਨਾ ਕਿਤੇ ਉਹਨਾਂ ਦਾ ਆਪਣਾ ਕਾਰੋਬਾਰ ਨੂੰ ਜਿਹੜਾ ਹੈਗਾ ਧੰਦੇ ਨੂੰ ਬੰਦ ਹੋਣ ਦੀ ਬੰਦ ਨਹੀਂ ਹੋ ਸਕਦਾ, ਕੋਈ ਵੀ ਬੰਦ ਨਹੀਂ ਹੋ ਸਕਦਾ। ਤੇ ਤੁਸੀਂ ਸਾਡਾ ਇੱਕ ਅਹਿਮਦਗੜ੍ਹ ਸਾਰਾ 17-18 ਹਜ਼ਾਰ ਦੀ ਆਬਾਦੀ ਹੈ, ਇੱਥੇ ਨਹੀਂ ਕਿਸੇ ਦਾ ਕਾਰੋਬਾਰ ਬੰਦ ਕਰ ਸਕਦੇ ਆਪਾਂ। ਇੱਥੇ ਮੈਡੀਕਲ ਸਟੋਰ 50-60 ਤੋਂ ਵੱਧ ਹੀ ਮੈਡੀਕਲ ਸਟੋਰ ਹੋਣਗੇ। ਤੁਸੀਂ ਜਾ ਕੇ ਉਹਨਾਂ ਨੂੰ ਵੀ ਪੁੱਛ ਸਕਦੇ ਹੋ ਵੀ ਉਹਨਾਂ ਦੇ ਕਾਰੋਬਾਰ ਤੇ ਕੋਈ ਫਰਕ ਪਿਆ, ਨਹੀਂ ਪਿਆ ਫਰਕ। ਉਹਨਾਂ ਦਾ ਕਾਰੋਬਾਰ ਉਸੇ ਤਰੀਕੇ ਨਾਲ ਚੱਲ ਰਿਹਾ। ਪਰ ਲੇਕਿਨ ਜਿਹੜੇ ਜ਼ਰੂਰਤਮੰਦ ਨੇ ਉਹ ਆਪਣੇ ਆਪ ਹੀ ਪਹੁੰਚਦੇ ਨੇ ਉੱਥੇ। ਸਰ ਤੁਹਾਡੇ ਹੀ ਕਿੱਤੇ ਨਾਲ ਜੁੜੇ ਹੋਏ ਫੇਸਬੁੱਕ ਦੀ ਮੈਂ ਗੱਲ ਕਰਾਂ ਜਾਂ ਕੋਈ ਵੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਲਾਈਵ ਹੋ ਕੇ ਜੈਨਰਿਕ ਔਰ ਐਥੀਕਲ ਦਾ ਜਿਹੜਾ ਹੈਗਾ, ਜਿੰਦੂ ਜੀ ਨੂੰ ਕਹਿੰਦੇ ਆ ਕਿ ਲੋਕਾਂ ਨੂੰ ਘੱਟੋ ਘੱਟ ਇਹ ਦੱਸੋ, ਤੁਸੀਂ ਦਵਾਈਆਂ ਦੇ ਰੇਟ ਤਾਂ ਦੱਸ ਰਹੇ ਹੋ, 500 ਦੀ ਦਵਾਈ ਹੈ 40 ਰੁਪਏ ਦੀ ਅਸੀਂ ਵੇਚਦੇ ਹਾਂ ਜਾਂ ਫੋਰ ਐਗਜ਼ਾਮਪਲ, ਹੈ ਨਾ। ਤੇ ਜੈਨਰਿਕ ਔਰ ਐਥੀਕਲ ਸਾਡੇ ਦਰਸ਼ਕਾਂ ਨੂੰ ਦੱਸੋ ਅਸਲ ਵਿੱਚ ਹੁੰਦਾ ਕੀ ਹੈ? ਇਹ ਜੈਨਰਿਕ ਦਵਾਈਆਂ ਹੁੰਦੀਆਂ ਨੇ ਜੀ, ਜੈਨਰਿਕ ਤਾਂ ਸਿੱਧੇ ਸਾਲਟ ਦੇ ਨੇਮ ਹੁੰਦਾ ਉਹਨਾਂ ਦਾ, ਕਿਉਂਕਿ ਗੌਰਮੈਂਟ ਨੇ ਸਾਲਟ ਨੇਮ ਨੂੰ ਜ਼ਿਆਦਾ, ਕਿਉਂਕਿ ਹੁਣ ਵੀ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਡਾਕਟਰ ਨੇ ਉਹ ਸਾਲਟ ਨੇਮ ਹੀ ਲਿਖਣ ਆਪਣੀ ਪਰਚੀ ਤੇ, ਪਰ ਨਹੀਂ ਲਿਖਦੇ ਕਿਉਂਕਿ ਉਹਨਾਂ ਦੇ ਆਪਣੀਆਂ ਮੋਨੋਪੋਲੀਆਂ ਬਣਾਈਆਂ ਹੋਈਆਂ ਨੇ। ਤੁਸੀਂ ਅੱਜ ਵੀ ਤੁਸੀਂ ਜਾ ਕੇ ਦੇਖ ਲਓ, ਮੈਂ ਨਹੀਂ ਕਹਿੰਦਾ, ਤੁਸੀਂ ਵੀ ਕਿਸੇ ਡਾਕਟਰ ਤੋਂ ਦਵਾਈ ਤੇ ਪਰਚੀ ਲਿਖਾ ਲਓ ਔਰ ਤੁਸੀਂ ਕੈਮਿਸਟ ਤੇ ਜਾਓਗੇ ਤੁਹਾਨੂੰ ਦਵਾਈ ਮਿਲੂਗੀ ਨਹੀਂ, ਉਹ ਉੱਥੋਂ ਹੀ ਮਿਲੇਗੀ ਜਿੱਥੋਂ ਉਹਨਾਂ ਦਾ ਆਪਣਾ ਟਾਈ ਅਪ ਕੀਤਾ ਹੋਇਆ ਜਾਂ ਉਹਨਾਂ ਦੇ ਆਪਣੇ ਅੰਦਰ ਹਸਪੀਟਲ ਦੇ ਵਿੱਚ ਦਵਾਈਆਂ ਨੇ। ਠੀਕ ਹੈ ਜੀ, ਇਹ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹ ਜਿਹੜੀ ਚੀਜ਼ਾਂ ਨੇ ਗੌਰਮੈਂਟ ਆਪ ਇਸ ਚੀਜ਼ ਨੂੰ ਉੱਪਰ ਚੱਕ ਰਹੀ ਹੈ ਵੀ ਤੁਸੀਂ ਸਾਲਟ ਨੇਮ ਲਿਖੋ। ਉਹ ਕਿਤੋਂ ਵੀ ਬੰਦਾ ਜਾ ਕੇ ਲੈ ਸਕਦਾ, ਸਾਲਟ ਨੇਮ ਤੇ ਦਵਾਈ ਹਰ ਥਾਂ ਤੇ ਅਵੇਲੇਬਲ ਹੈਗੀ ਆ। ਜੇ ਹੁਣ ਤੁਸੀਂ ਕੋਈ ਪੇਸ਼ੈਂਟ ਵਾਲਾ ਲੈਣ ਜਾਂਦਾ ਵੀ ਹੈ ਦਵਾਈ, ਤਾਂ ਉਹ ਜਦੋਂ ਜਾ ਕੇ ਕੈਮਿਸਟ ਨੂੰ ਕਹਿੰਦਾ ਵੀ ਮੈਨੂੰ ਇਹ ਦਵਾਈ ਦੇ ਦਿਓ, ਉਹ ਕੈਮਿਸਟ ਉਹਨੂੰ ਕਹਿੰਦਾ ਵੀ ਮੇਰੇ ਕੋਲੇ ਇਸ ਨਾਂ ਦੀ ਦਵਾਈ ਨਹੀਂ, ਪਰ ਇਸੇ ਸਾਲਟ ਦੀ ਦਵਾਈ ਮੇਰੇ ਕੋਲੇ ਹੈਗੀ ਆ, ਸਸਤੇ ਰੇਟ ਦੇ ਵਿੱਚ ਵੀ ਹੈਗੀ ਆ, ਤੈਨੂੰ ਫਾਇਦਾ ਵੀ ਹੋਏਗਾ। ਉਹ ਪਰ ਉਹ ਨਹੀਂ, ਪੇਸ਼ੈਂਟ ਦਾ ਕਿਉਂਕਿ ਸਾਈਕੋਲੋਜੀਕਲ ਦੇ ਤੌਰ ਤੇ ਡਾਕਟਰ ਦਾ ਪ੍ਰਭਾਵ ਪਿਆ ਹੁੰਦਾ, ਇਸ ਕਰਕੇ ਉਹ ਕਹਿੰਦਾ ਵੀ ਨਹੀਂ ਮੈਂ ਤਾਂ ਉਹੀ ਦਵਾਈ ਲੈਣੀ ਹੈ ਜਿਹੜੀ ਮੇਰੀ ਲਿਖੀ ਹੋਈ ਹੈ। ਇੱਥੇ ਆ ਕੇ ਜਿਹੜਾ ਇਹ ਚੀਜ਼ ਦਾ ਥੋੜਾ ਮਾਰਕੀਟ ਦੇ ਉੱਤੇ ਅਸਰ ਵੱਧ ਪੈਂਦਾ। ਜਿਹੜੀ ਜੈਨਰਿਕ ਦਵਾਈ ਆ ਅਸਰ ਓਨਾ ਹੀ ਉਹਦਾ ਜਿੰਨਾ ਦੂਸਰੀ ਦਵਾਈ ਦਾ। ਖਾਣੀ ਕਿਹੜੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ? ਤੁਸੀਂ ਇੱਕ ਡਾਕਟਰ ਹੋ। ਦੇਖੋ ਖਾਣੀ ਦਾ ਜਿਹੜੇ ਤੁਹਾਡੇ ਨਾਲ ਆਰਾਮ ਆਉਂਦਾ ਆ, ਮੇਰੇ ਹਿਸਾਬ ਨਾਲ ਤਾਂ ਜੈਨਰਿਕ ਹੀ ਖਾਣੀ ਚਾਹੀਦੀ ਆ, ਕਿਉਂਕਿ ਜਿਹੜਾ ਸਾਡਾ ਅਸਲੀ ਮੈਥਡ ਆ ਇਲਾਜ ਕਰਨ ਦਾ, ਸਲੋ ਸਟੱਡੀ ਵਿਨਸ ਦੀ ਰੇਸ, ਹੌਲੀ ਹੌਲੀ ਜਿਹੜੀ ਬਿਮਾਰੀ ਨੂੰ ਦੂਰ ਕਰਨਾ ਚਾਹੀਦਾ। ਕਿਉਂਕਿ ਇੱਕਦਮ ਜਿਹੜੀ ਕੋਈ ਦਵਾਈਆਂ ਅਸਰ ਕਰਦੀਆਂ ਨੇ ਉਹ ਨੁਕਸਾਨ ਹੀ ਕਰਦੇ ਨੇ ਸਰੀਰ ਤੇ, ਸਾਈਡ ਇਫੈਕਟ ਹੁੰਦੇ ਨੇ। ਸਲੋ ਜਿਹੜੀ ਦਵਾਈ ਅਸਰ ਕਰਦੀ ਆ ਉਹ ਬਿਮਾਰੀ ਨੂੰ ਭਜਾਉਂਦੀ ਆ, ਸਰੀਰ ਨੂੰ ਤਕੜਾ ਕਰਦੀ ਆ। ਮਤਲਬ ਜਿਹੜੇ ਐਥੀਕਲ ਦਵਾਈਆਂ ਖਾਂਦੇ ਨੇ ਕਿਤੇ ਨਾ ਕਿਤੇ ਸਲੋ ਪੋਇਜ਼ਨ ਆ ਜਿਹੜੀ ਖਾ ਰਹੇ। ਹਾਂਜੀ, ਉਹ ਬਿਲਕੁਲ ਐਥੀਕਲ ਜਿਹੜੀਆਂ ਦਵਾਈਆਂ ਨੇ, ਦੇਖੋ ਸਲੋ ਪੋਇਜ਼ਨ ਦਾ ਹੈਗਾ, ਸਟੀਰੋਇਡ ਨੇ ਵਿੱਚ ਕਈ, ਠੀਕ ਹੈ, ਇਹ ਨਹੀਂ ਹੈਗਾ, ਕਈ ਦਵਾਈਆਂ ਚੰਗੀਆਂ ਵੀ ਹੈਗੀਆਂ ਨੇ ਕਿਸੇ ਬਿਮਾਰੀ ਤੇ ਸਪੈਸ਼ਲ ਜਿਹੜੀਆਂ ਦਵਾਈਆਂ ਬਣੀਆਂ ਨੇ, ਕੈਂਸਰ ਦੀਆਂ ਦਵਾਈਆਂ ਨੇ ਜਾਂ ਹੋਰ ਜਿਹੜੀਆਂ ਕ੍ਰੋਨਿਕ ਡਿਜ਼ੀਜ਼ ਨੇ, ਸ਼ੂਗਰ ਹੈਗੀ ਆ, ਹੈ ਨਾ, ਕਿਸੇ ਨੂੰ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਨੇ ਹੈਗੀਆਂ ਨੇ, ਉਹ ਕਈ ਦਵਾਈਆਂ ਠੀਕ ਆ ਉਹ ਕੰਮ ਕਰਦੀਆਂ ਨੇ, ਪਰ ਲੇਕਿਨ ਕਿਤੇ ਨਾ ਕਿਤੇ ਜਾ ਕੇ ਉਹਨਾਂ ਦਾ ਸਰੀਰ ਦੇ ਉੱਤੇ ਉਸ ਚੀਜ਼ ਦਾ ਸਾਈਡ ਇਫੈਕਟ ਤਾਂ ਜ਼ਰੂਰ ਪੈਂਦਾ, ਦੇਰ ਪਵੇ ਚਾਹੇ ਕੱਲ੍ਹ ਪਵੇ ਚਾਹੇ ਅੱਜ ਪਵੇ, ਪੈਂਦਾ ਜ਼ਰੂਰ ਆ। ਤੁਹਾਡੀਆਂ ਦਵਾਈਆਂ ਜਿਹੜੀਆਂ ਕਿੱਥੋਂ ਆਉਂਦੀਆਂ ਨੇ, ਜਿਹੜੀਆਂ ਮੋਦੀਖਾਨੇ ਦੇ ਤੁਸੀਂ ਸੇਲ ਕਰਦੇ? ਸਾਡੇ ਵੀ ਜਿੱਥੋਂ ਵੀ ਸਾਰੀ ਮਾਰਕੀਟ ਵਾਲੇ ਖਰੀਦਦੇ ਨੇ, ਅਹਿਮਦਗੜ੍ਹ ਜਿੰਨੇ ਵੀ ਸਾਡੇ ਜਿਹਨੇ ਹੋਲ ਸ਼ਾਪਕੀਪਰ ਨੇ, ਜਿਹਨੇ ਫਾਰਮਾਸਿਸਟ ਨੇ, ਜਿਹੜੇ ਆਪਣੀਆਂ ਦੁਕਾਨਾਂ ਜਿੱਥੋਂ ਦਵਾਈਆਂ ਖਰੀਦਦੇ ਨੇ, ਅਸੀਂ ਵੀ ਉੱਥੋਂ ਹੀ ਲੈਂਦੇ ਹਾਂ। ਸਾਡੇ ਵੀ ਉਸ ਦੁਕਾਨਾਂ ਤੋਂ ਦਵਾਈਆਂ ਆਉਂਦੀਆਂ ਨੇ। ਲੁਧਿਆਣੇ ਹੋਲਸੇਲ ਮਾਰਕੀਟ ਆ ਦਵਾਈਆਂ, ਤੁਸੀਂ ਉੱਥੋਂ ਲੈਂਦੇ? ਹਾਂਜੀ, ਹੋਲਸੇਲ ਮਾਰਕੀਟ ਤੋਂ, ਪਿੰਡੀ ਬਾਜ਼ਾਰ। ਆਉਣ ਵਾਲੇ ਸਮੇਂ 'ਚ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਲੁਧਿਆਣੇ ਤੋਂ ਦਵਾਈਆਂ ਆਉਂਦੀਆਂ, ਲੁਧਿਆਣੇ ਦੇ ਵਿੱਚ ਹੀ ਜਿਹੜਾ ਵਿਰੋਧ ਹੋ ਰਿਹਾ, ਕਿਵੇਂ ਦੇਖਦੇ ਹੋ? ਦੇਖੋ ਥੋੜਾ ਜਿਹਾ ਤਾਂ ਅਸਰ ਹੁੰਦਾ ਹੀ ਹੈ ਜੀ, ਪਰ ਫਿਰ ਵੀ ਅਸੀਂ
ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ, ਦੇਖੋ ਇਹ ਸਮਾਜ ਦੇ ਨਾਲ ਜੁੜਿਆ ਹੋਇਆ ਮਸਲਾ ਆ, ਇਹਦੇ ਵਿੱਚ ਤੁਸੀਂ ਇਸ ਦਾ ਨਾ ਇਨਵੋਲਵ ਹੋਵੋ। ਤੁਸੀਂ ਠੀਕ ਹੈ, ਹੋਰ ਤਰੀਕੇ ਬਹੁਤ ਹੁੰਦੇ ਨੇ ਜੇ ਤੁਸੀਂ ਕਿਸੇ ਦਾ ਵਿਰੋਧ ਕਰਨਾ। ਜੇ ਤੁਸੀਂ ਦਵਾਈਆਂ ਦੀ ਸਪਲਾਈ ਬੰਦ ਕਰੋਗੇ, ਕਿਤੇ ਨਾ ਕਿਤੇ ਜਾ ਕੇ ਤੁਸੀਂ ਇਸ ਪ੍ਰਮਾਤਮਾ ਦੇ ਜਿਹੜੇ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ ਤੁਸੀਂ ਵਿਘਨ ਪਾਉਂਦੇ ਹੋ। ਇਹ ਹਰ ਇੱਕ ਦਾ ਹੱਕ ਆ ਦਵਾਈ ਪ੍ਰਾਪਤ ਕਰਨੀ, ਤੇ ਇਹਨੂੰ ਤੁਸੀਂ ਬੰਦ ਨਹੀਂ ਕਰਨਾ ਚਾਹੀਦਾ। ਕਿਤੇ ਨਾ ਕਿਤੇ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਹੈ ਕਿ ਤੁਹਾਡੀ ਜਿਹੜੀ ਦਵਾਈਆਂ ਦੀ ਸਪਲਾਈ ਆ ਕਿਤੇ ਨਾ ਕਿਤੇ ਕੋਈ ਫਰਕ ਪਿਆ ਜਾਂ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ? ਨਹੀਂ, ਹਜੇ ਫਿਲਹਾਲ ਤਾਂ ਨਹੀਂ ਹੈਗੀ। ਸਾਨੂੰ ਥੋੜਾ ਜਿਹਾ ਲੱਗ ਰਿਹਾ, ਡਾਊਟ ਪੈ ਰਿਹਾ ਵੀ ਸ਼ਾਇਦ ਸਾਡੇ ਤੇ ਕੋਈ ਅਸਰ ਹੋਏਗਾ ਉਸ ਮਸਲੇ ਦਾ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕਿਤੋਂ ਨਾ ਕਿਤੋਂ ਅਸੀਂ ਜਿਹੜਾ ਇਹਦਾ ਮਸਲੇ ਦਾ ਹੱਲ ਛੇਤੀ ਤੋਂ ਛੇਤੀ ਕਰਾਈਏ। ਸਰ, ਦਵਾਈਆਂ ਸਸਤੀਆਂ ਦੇ ਰਹੇ ਹੋ, ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਅਕਸਰ ਲੋਕ ਸਵਾਲ ਪੁੱਛਦੇ ਨੇ, ਲੋਕਾਂ ਦਾ ਇਹ ਕਹਿਣਾ ਹੈ ਕਿ ਜਿੰਦੂ ਜੀ ਦਵਾਈਆਂ ਵੇਚਦੇ ਆ ਸਸਤੀਆਂ, ਉਹਨਾਂ ਨੂੰ ਕੀ ਫਾਇਦਾ? ਸਾਰੀ ਫੰਡਿੰਗ ਹੈ ਜਿਹੜਾ, ਕੀ ਪ੍ਰਕਿਰਿਆ ਸਾਰੀ ਦੱਸੋਗੇ? ਦੇਖੋ ਜੀ, ਫੰਡਿੰਗ ਦਾ ਤਾਂ ਇਹ ਹੈ ਜੀ, ਦਵਾਈਆਂ ਦੇਖੋ ਪਹਿਲਾਂ ਤਾਂ ਜ਼ਰੂਰ ਇਨਵੈਸਟਮੈਂਟ ਕਰਦੀ ਹੈ, ਜਿਹੜੇ ਚੈਰਿਟੀ ਕਰਦੇ ਆ ਲੋਕ, ਬਾਹਰੋਂ ਵੀ ਫੋਰਨਰ ਵੀ ਨੇ, ਇੱਥੇ ਦੇ ਵੀ ਲੋਕ ਇੰਨੇ ਕਿ ਮਤਲਬ ਦਿਲਦਾਰ ਨੇ, ਪੈਸਾ ਦੇਣਾ ਚਾਹੁੰਦੇ ਆ, ਕਿਉਂਕਿ ਉਹਨਾਂ ਕੋਲ ਸਮਾਂ ਨਹੀਂ ਹੈਗਾ, ਉਹ ਕਿਤੇ ਜਾ ਕੇ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਕੋਲ ਆਪਣਾ ਟਾਈਮ ਨਹੀਂ ਹੈਗਾ, ਪਰ ਉਹ ਪੈਸਾ ਦੇ ਸਕਦੇ ਆ। ਉਹ ਸਾਰੀ ਫੰਡਿੰਗ ਉਹ ਸਾਰੀ ਉਹ ਲੋਕ ਦਿੰਦੇ ਆ ਜਿਨ੍ਹਾਂ ਦੇ ਦਿਲੋਂ ਚਾਹੁੰਦੇ ਆ, ਕਿਉਂਕਿ ਤੁਸੀਂ ਦੇਖਿਆ ਵੀ ਹੋਣਾ ਨਿਊਜ਼ ਚੈਨਲਾਂ ਤੇ ਚੱਲਦਾ, ਜਿਹੜੇ ਪੰਜਾਬ ਪੁਲਿਸ ਦੇ ਬੰਦੇ ਵੀ ਆ ਕੇ ਉੱਥੇ ਆਪਦੀ ਜੇਬ ਦੇ ਵਿੱਚੋਂ ਚੈਰਿਟੀ ਕਰ ਰਹੇ ਨੇ, ਕਿਉਂਕਿ ਬਹੁਤ ਤਰ੍ਹਾਂ ਦੇ ਬੰਦੇ ਨੇ, ਚੰਗੇ ਇਨਸਾਨ ਨੇ, ਜਿਹੜੇ ਲੋਕਾਂ ਦੀ ਸਮਾਜ ਦੀ ਭਲਾਈ ਕਰਨਾ ਚਾਹੁੰਦੇ ਆ। ਉਹ ਬਹੁਤ ਜ਼ਿਆਦਾ ਨੇ ਸਮਾਜ ਦੇ ਵਿੱਚ, ਪਰ ਲੇਕਿਨ ਉਹਨਾਂ ਦੇ ਕਾਰਨ ਕੀ ਹੈ ਵੀ ਉਹ ਆਪਣੇ ਤੌਰ ਤੇ ਇੰਨੇ ਐਫਰਟ ਨਹੀਂ ਕਰ ਸਕਦੇ। ਪਰ ਜੇ ਕੋਈ ਇਸ ਤਰ੍ਹਾਂ ਦੀ ਸੰਸਥਾ ਮੂਹਰੇ ਆ ਕੇ ਕੋਈ ਸੇਵਾ ਕਰਨਾ ਚਾਹੁੰਦੀ ਹੈ ਤਾਂ ਉਹ ਵੱਧ ਚੜ੍ਹ ਕੇ ਉਹਨਾਂ ਦੀ ਹੈਲਪ ਕਰਦੇ ਨੇ, ਤੇ ਉਹ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣ ਦਿੰਦੇ। ਮਤਲਬ ਕਿਤੇ ਨਾ ਕਿਤੇ ਕੁੱਲ ਮਿਲਾ ਕੇ ਜਿਹੜੀ ਤੁਹਾਡੀ ਮਨਸ਼ਾ ਆ ਲੋਕਾਂ ਦੀ ਸੇਵਾ ਕਰਨਾ ਹੈ, ਤਾਂ ਕਿ ਚਾਹੇ ਰੁਪਈਏ ਆਪਣੀ ਜੇਬ 'ਚੋਂ ਲੱਗ ਜਾਣ ਜਾਂ ਚੈਰਿਟੀ ਦੇ ਤੌਰ ਤੇ ਤੁਸੀਂ ਜਿਹੜੇ ਪੈਸੇ ਆ ਉਹ ਇੱਕ ਫੰਡਿੰਗ ਦੇ ਤੌਰ ਤੇ ਯੂਜ਼ ਕਰਦੇ ਹੋ। ਹਾਂਜੀ, ਬਿਲਕੁਲ ਬਿਲਕੁਲ। ਅਸੀਂ ਜਿਹੜਾ ਇਸ ਤਰ੍ਹਾਂ ਦੀ ਸਾਡੀ ਭਾਵਨਾ ਹੈ ਵੀ ਅਸੀਂ ਲੋਕਾਂ ਦੀ ਸਮਾਜ ਦੀ ਸੇਵਾ ਕਰੀਏ, ਅਸੀਂ ਉਹਦੇ ਤੋਂ ਕੋਈ ਵੀ ਇਸ ਤਰ੍ਹਾਂ ਦਾ ਇਨਕਮ ਸੋਰਸ ਨਹੀਂ ਰੱਖਿਆ ਹੋਇਆ। ਜਿਹੜੇ ਉੱਪਰਲੇ ਖਾਚੇ ਨੇ ਉਹ ਸਾਰੇ ਅਸੀਂ ਆਪ ਸਮਾਜ ਦੇ ਵਿੱਚੋਂ ਜਿਹੜੀਆਂ ਜੁੜੇ ਹੋਏ ਲੋਕ ਨੇ ਉਹੀ ਆਪਣੀ ਜੇਬਾਂ 'ਚ ਦਿੰਦੇ ਨੇ, ਤੇ ਅਸੀਂ ਵੀ ਇਸ ਤਰ੍ਹਾਂ ਹੀ ਕਰਦੇ ਹਾਂ। ਤੇ ਸਾਰੀ ਹੀ ਜਿੰਨੀਆਂ NGOs ਕੰਮ ਕਰਦੀਆਂ ਨੇ ਸਾਰੀਆਂ ਇਸ ਤਰੀਕੇ ਨਾਲ ਕਰਦੀਆਂ ਨੇ, ਜਿੰਨੇ ਵੀ ਉਹ ਆਪਣੇ ਉੱਪਰਲੇ ਖਰਚੇ ਨੇ ਉਹ ਸਾਰੇ ਆਪਣੇ ਜੇਬਾਂ ਦੇ ਵਿੱਚੋਂ ਖਰਚ ਕੇ ਉਹ ਕਰਦੇ ਨੇ, ਤੇ ਕੋਈ ਵੀ ਦਵਾਈਆਂ ਦੇ ਉੱਤੋਂ ਜਾਂ ਕਿਸੇ ਹੋਰ ਚੀਜ਼ ਦੇ ਉੱਤੋਂ ਉਹਨੂੰ ਇਨਕਮ ਕਰਕੇ ਨਹੀਂ, ਉਹਨੂੰ ਪ੍ਰੋਫਿਟ ਦੇ ਤੌਰ ਤੇ ਨਹੀਂ ਕਰਦੇ। ਕਿਉਂਕਿ ਖਰਚੇ ਤਾਂ ਤੁਹਾਡੇ ਵੀ ਨੇ, ਤੁਸੀਂ ਵੀ EMPLOYE ਰੱਖੇ ਹੋਏ, ਤੁਸੀਂ ਹੁਣ ਤਨਖਾਹਾਂ ਵੀ ਦੇਣੀਆਂ, ਤੁਸੀਂ ਦੱਸਿਆ ਕਿ ਸ਼ਾਪ ਆ ਜਿਹੜੀ ਅਹਿਮਦਗੜ੍ਹ ਮੰਡੀ ਵਾਲੀ ਰੈਂਟ ਤੇ ਆ, ਤੁਸੀਂ ਰੈਂਟ ਵੀ ਦੇ ਰਹੇ ਹੋ, ਹੋਰ ਵੀ ਕਈ ਖਰਚੇ ਹੁੰਦੇ ਨੇ। ਹਾਂਜੀ, ਬਿਲਕੁਲ ਹੁੰਦੇ ਆ ਜੀ ਖਰਚੇ, ਕਿਉਂਕਿ ਹਰ ਦਿਨ ਦਾ ਖਰਚਾ ਹੈਗਾ ਜੀ ਉੱਥੇ। ਤਾਂ ਫਿਰ ਵੀ ਜਿਹੜੀ ਕਿ ਸਾਨੂੰ ਇਸ ਤਰ੍ਹਾਂ ਦੀ ਕਦੇ ਕੋਈ ਨਹੀਂ, ਜੇ ਅਸੀਂ ਕਿਸੇ ਨੂੰ ਵੀ ਆਵਾਜ਼ ਮਾਰ ਕੇ ਕਹਿੰਦੇ ਆ ਵੀ ਸਾਨੂੰ ਇਸ ਤਰ੍ਹਾਂ ਦੀ ਲੋੜ ਹੈਗੀ ਆ, ਤਾਂ ਉਹ ਬਹੁਤ ਜ਼ਿਆਦਾ ਵੱਧ ਚੜ੍ਹ ਕੇ, ਜੇ ਸਾਡੀ ਆਸ ਤੋਂ ਵੱਧ ਕੇ ਸਾਡੀ ਹੈਲਪ ਕਰਨ ਨੂੰ ਤਿਆਰ ਆ। ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਵੀ ਹਰ ਇੱਕ ਬੰਦੇ ਕੋਲੇ ਉਹਨਾਂ ਸਮਾਂ ਨਹੀਂ ਹੁੰਦਾ ਵੀ ਜਾ ਕੇ ਉਹ ਸਮਾਜ ਦੇ ਵਿੱਚ ਕੋਈ ਭਲਾਈ ਦਾ ਕੰਮ ਕਰ ਸਕੇ, ਪਰ ਲੇਕਿਨ ਉਹਦੇ ਕੋਲੇ ਜੇਬ ਦੀ ਇਜਾਜ਼ਤ ਦਿੰਦੀ ਹੁੰਦੀ ਆ, ਫਿਰ ਉਹ ਇਸ ਤਰ੍ਹਾਂ ਦੀਆਂ NGOs ਦੇ ਨਾਲ ਜੁੜ ਕੇ ਆਪਣੀ ਜਿਹੜੀ ਭਾਵਨਾਵਾਂ ਨੂੰ ਸਮਾਜ ਦੇ ਵਿੱਚ ਵਿਖੇਰਦੇ ਨੇ, ਤੇ ਉਹ ਖੁਸ਼ਬੂ ਪ੍ਰਾਪਤ ਕਰਦੇ ਨੇ ਉਹਨਾਂ ਤੋਂ। ਮੋਦੀਖਾਨਾ ਖੋਲ੍ਹਣ ਦੀ ਹਰ ਸ਼ਹਿਰ ਦੇ ਵਿੱਚੋਂ ਡਿਮਾਂਡ ਆ ਰਹੀ ਹੈ, ਪੋਸਟਾਂ ਪੈ ਰਹੀਆਂ ਨੇ, ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਆਵਾਜ਼ਾਂ ਉਠਾਈ ਜਾ ਰਹੀਆਂ ਨੇ ਕਿ ਸਾਡੇ ਵੀ ਸ਼ਹਿਰ ਦੇ ਵਿੱਚ ਮੋਦੀਖਾਨਾ ਖੁੱਲ੍ਹੇ। ਤੀਸਰਾ ਮੋਦੀਖਾਨਾ ਕਿੱਥੇ ਖੋਲ੍ਹਣ ਜਾ ਰਹੇ ਹੋ ਤੇ ਅਗਲੀ ਤੁਹਾਡੀ ਪਲੈਨਿੰਗ ਕੀ ਹੋਏਗੀ? ਦੇਖੋ ਜੀ, ਅਸੀਂ ਆਪਣੇ ਸ਼ਹਿਰ ਲਈ ਗੱਲ ਕਰਦੇ ਹਾਂ। ਅਸੀਂ ਆਪਣੇ ਸ਼ਹਿਰ ਦੇ ਵਿੱਚ ਖੋਲ੍ਹਿਆ, ਇੱਥੇ ਸਾਰੀਆਂ NGOs ਬਹੁਤ ਨੇ, ਪਟਿਆਲਾ, ਮਲੌਦ ਸਾਡੇ ਨਾਲ ਹੀ ਇੱਕ ਲਾਗਾ ਥੋੜ੍ਹਾ ਛੋਟਾ ਕਸਬਾ ਆ, ਅੰਮ੍ਰਿਤਸਰ ਤੋਂ ਸਾਨੂੰ ਫੋਨ ਆਉਂਦੇ ਆ, ਸਰਹੰਦ ਤੋਂ ਫੋਨ ਆਉਂਦੇ ਆ। ਹਰ ਕੋਈ ਬੰਦਾ ਚਾਹੁੰਦਾ ਵੀ ਸਾਡੇ ਸ਼ਹਿਰ ਦੇ ਵਿੱਚ, ਉਹ ਤਿਆਰ ਬੈਠੇ ਆ। ਉਹ ਸਿਰਫ ਕੀ ਹੈ ਕਿ ਉਹਨਾਂ ਨੂੰ ਗਾਈਡਲਾਈਨ ਨਹੀਂ ਸੀਗੀ, ਹੁਣ ਉਹ ਗਾਈਡਲਾਈਨ ਅਸੀਂ ਉਹਨਾਂ ਨੂੰ, ਕਿਉਂਕਿ ਅਸੀਂ ਜਦੋਂ ਕੀਤਾ ਆ ਸਾਨੂੰ ਪਤਾ ਲੱਗਿਆ ਕਿਸ ਤਰ੍ਹਾਂ ਹੁੰਦਾ ਹੈ ਕੰਮ, ਤਾਂ ਉਹਨਾਂ ਨੂੰ ਅਸੀਂ ਗਾਈਡਲਾਈਨ ਦਿੱਤੀ ਆ। ਉਹ ਆਪਣੇ ਸ਼ਹਿਰ ਦੇ ਜਿਹੜੀਆਂ NGOs ਬਣੀਆਂ ਹੋਈਆਂ ਨੇ, ਉਹ ਆਪਣੇ ਸ਼ਹਿਰ ਦੇ ਵਿੱਚ ਆਪਣੇ ਤੌਰ ਤੇ ਹੀ ਇਸੇ ਨਾਮ ਦੇ ਅੰਡਰ ਹੀ ਇਹ ਕੰਮ ਕਰਨਗੇ, ਤਾਂ ਕਿ ਬਾਬੇ ਨਾਨਕ ਦਾ ਜਿਹੜਾ ਸੁਨੇਹਾ ਘਰ ਘਰ ਜਾਵੇ। ਹਰ ਖਲਕਤ ਲਈ ਉਹਨਾਂ ਨੇ ਬਰਾਬਰ ਜਿਹੜਾ ਸੁਨੇਹਾ ਦਿੱਤਾ, ਜਿਵੇਂ 13 ਤੋਲੀਆਂ ਸੀਗੀਆਂ ਸੁਲਤਾਨਪੁਰ ਲੋਧੀ, ਬਾਬੇ ਨਾਨਕ ਨੇ ਹਰ ਇੱਕ ਨੂੰ ਬਰਾਬਰ ਰੱਖ ਕੇ ਰਾਸ਼ਨ ਵੰਡਿਆ ਸੀ। ਇਹ ਵੀ ਇੱਕ ਉਸ ਦਾ ਹੀ ਰੂਪ ਆ। ਦਵਾਈਆਂ ਅੱਜ ਦੇ ਟਾਈਮ ਦੇ ਵਿੱਚ ਬਾਬੇ ਨਾਨਕ ਦਾ ਹੀ ਇਹ ਜਿਹੜਾ ਸੁਨੇਹਾ ਅਸੀਂ ਘਰ ਘਰ ਦਿੰਦੇ ਹਾਂ। ਡਾਕਟਰ ਸਾਹਿਬ, ਜਾਂਦੇ ਜਾਂਦੇ ਇੱਕ ਮੈਸੇਜ ਜੇ ਕਿਸੇ ਨੂੰ ਦੇਣਾ ਚਾਹੋ ਤਾਂ ਕੀ ਦਵੋਗੇ? ਕਿਉਂਕਿ ਧਮਕੀਆਂ ਵੀ ਲਗਾਤਾਰ ਮਿਲ ਰਹੀਆਂ ਨੇ ਤੇ ਲੋਕ ਵੀ ਕਾਫੀ ਜਿਹੜੇ ਪਰੇਸ਼ਾਨ ਨੇ, ਜਿਹੜੇ ਜਿਨ੍ਹਾਂ ਕੋਲ ਪੈਸੇ ਹੈ ਨਹੀਂ, ਸਸਤੀਆਂ ਦਵਾਈਆਂ ਲੈਣ ਲਈ ਮੋਦੀਖਾਨੇ ਪਹੁੰਚਦੇ ਨੇ। ਕਿਸੇ ਨੂੰ ਅਗਰ ਕੋਈ ਇੱਕ ਮੈਸੇਜ ਦੇਣਾ ਚਾਹੋ ਕੀ ਦਵੋਗੇ? ਦੇਖੋ, ਮੈਂ ਤਾਂ ਜੀ ਜਿਹੜੇ ਜਿਸ ਤਰ੍ਹਾਂ ਦੀ ਸਾਰੇ ਵਿਰੋਧੀ ਨੇ, ਮੈਂ ਤਾਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ, ਉਹਨਾਂ ਨੂੰ ਇਸ ਵਿੱਚ ਪੈ ਕੇ ਜਿਹੜੇ ਸਾਰੇ ਮਸਲੇ ਦੀ ਹੱਲ ਕਰਨੇ ਚਾਹੀਦੇ ਆ। ਸੈਂਟਰ ਗੌਰਮੈਂਟ ਔਰ ਪੰਜਾਬ ਸਰਕਾਰ ਨੂੰ ਇਸ ਚੀਜ਼ ਦਾ ਜਿਹੜਾ ਹੱਲ ਕਰਨਾ ਚਾਹੀਦਾ, ਤਾਂ ਕਿ ਜਿਹੜਾ ਇਹ ਮਸਲਾ ਹੈ ਛੇਤੀ ਜਲਦ ਤੋਂ ਜਲਦੀ ਮਤਲਬ ਦਬ ਜਾਵੇ।
ਕਿਉਂਕਿ ਸਰਕਾਰਾਂ ਦੀ ਜ਼ਿੰਮੇਵਾਰੀਆਂ ਬਣ ਜਾਂਦੀਆਂ ਨੇ ਵੀ ਸਮਾਜ ਦੇ ਭਲਾਈ ਦੇ ਲਈ ਕੰਮ ਕਰਨ, ਜਿਹੜੀਆਂ ਸੰਸਥਾਵਾਂ ਭਲਾਈ ਦਾ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਸਹਿਯੋਗ ਦੇਣ, ਕਿਉਂਕਿ ਉਹ ਸਰਕਾਰਾਂ ਦਾ ਹੀ ਕੰਮ ਕਰ ਰਹੇ ਨੇ। ਇੱਥੇ ਮੈਂ ਤੁਹਾਨੂੰ ਰੋਕਣਾ ਚਾਹੂੰਗਾ। ਸਮਾਜ ਭਾਈ ਦੇ ਭਲਾਈ ਦੇ ਜਿਹੜੇ ਕੰਮ ਆ ਜਾਂ ਲੋਕਾਂ ਦੀ ਜਿਹੜੀ ਭਲਾਈ ਵਾਸਤੇ ਕੰਮ ਆ, ਸਰਕਾਰਾਂ ਦੀ ਡਿਊਟੀ ਬਣਦੀ ਹੈ, ਕਿਉਂਕਿ ਸਰਕਾਰਾਂ ਟੈਕਸ ਲੈਂਦੀਆਂ, ਸਰਕਾਰਾਂ ਦੀ ਡਿਊਟੀ ਬਣਦੀ ਹੈ। ਲੇਕਿਨ ਜਦੋਂ ਕੋਈ ਬੰਦਾ ਮੂਹਰੇ ਖੜਾ ਹੋ ਕੇ ਕੋਈ ਸਮਾਜ ਭਲਾਈ ਦਾ ਕੰਮ ਕਰਦਾ ਤੇ ਅਕਸਰ ਹੀ ਉਹਨੂੰ ਦੱਬਿਆ ਕਿਉਂ ਜਾਂਦਾ? ਉਹੀ ਗੱਲ ਆ ਜਾਂਦੀ ਨੇ, ਮੈਂ ਤੁਹਾਨੂੰ ਕਿਹਾ ਵੀ ਜਦੋਂ ਸਰਕਾਰਾਂ ਕਰਦੀਆਂ ਨੇ, ਉਹ ਸਰਕਾਰਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਯੂਨਿਟਾਂ ਬਣੀਆਂ ਹੋਈਆਂ ਨੇ ਜਿਹੜੀਆਂ ਉਹ ਸਾਰੇ ਜਿਹੜੇ ਭਲਾਈ ਦੇ ਕੰਮ ਨੇ ਉਹ ਆਪਣੇ ਅੰਡਰ ਕਰ ਲੈਂਦੇ ਆ। ਉਹ ਫਿਰ ਸਾਡੇ ਲੋਕਾਂ ਤੱਕ ਉਸ ਤਰ੍ਹਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ ਪਹੁੰਚਦੀਆਂ ਨਹੀਂ ਹੈਗੀਆਂ। ਪਰ ਜਿਹੜੀਆਂ ਐਨਜੀਓਜ਼ ਨੇ ਉਹ ਆਪਣੇ ਤੌਰ ਤੇ ਜਿਹੜੇ ਸਮਾਜ ਭਲਾਈ ਦੇ ਕੰਮ ਕਰਦੇ ਨੇ, ਮੈਂ ਉਹੀ ਗੱਲ ਕਹਿਣਾ ਚਾਹ ਰਿਹਾ ਵੀ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਵੀ ਇਹ ਜਿੰਨੀਆਂ ਵੀ ਐਨਜੀਓਜ਼ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਆਪਣੀ ਸਪੋਰਟ ਦੇਣ, ਔਰ ਉਹ ਸਪੋਰਟ ਲੈ ਕੇ ਸਗੋਂ ਆਪਣੇ ਤੌਰ ਤੇ ਕਹਿਣ ਵੀ ਹਾਂ ਠੀਕ ਹੈ ਜਿਹੜਾ ਇਹ ਕੰਮ ਕਰ ਰਹੇ ਨੇ ਤੇ ਬੜਾ ਵਧੀਆ ਕਰ ਰਹੇ ਨੇ, ਅਸੀਂ ਇਹਨਾਂ ਦੇ ਨਾਲ ਆ। ਤੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਵੀ ਮਤਲਬ ਅਪੀਲ ਆ ਵੀ ਜਿਹੜੀਆਂ ਦਵਾਈਆਂ ਦੇ ਰੇਟ ਉਹ ਪ੍ਰਿੰਟ ਕਰਦੇ ਨੇ ਉਹ ਆਪਣਾ ਸਾਰੇ ਖਰਚੇ ਸਾਰੇ ਪ੍ਰੋਫਿਟ ਦੇ ਵਿੱਚ ਰੱਖ ਕੇ ਉਹਨੂੰ ਘੱਟ ਤੋਂ ਘੱਟ ਪ੍ਰਿੰਟ ਕਰਨ, ਤਾਂ ਕਿ ਲੋਕਾਂ ਨੂੰ ਵੀ ਇਸ ਚੀਜ਼ ਦਾ ਲਾਹਾ ਪ੍ਰਾਪਤ ਹੋ ਸਕੇ। ਕਿਉਂਕਿ ਪ੍ਰਿੰਟ ਜੇ ਅਗਰ 500 ਆ ਤਾਂ ਦਵਾਈ ਉਹ 100 ਰੁਪਏ ਦੀ ਵਿਕ ਰਹੀ ਆ। ਤੇ ਇਹ ਵੀ ਕਿਤੇ ਨਾ ਕਿਤੇ ਜਾ ਕੇ ਜਿਹੜਾ ਸਾਰਾ ਘਪਲਾ ਇਹ ਥੋੜਾ ਸਮਝ ਦੇ ਵਿੱਚ ਮੁਸ਼ਕਲ ਆ ਰਿਹਾ ਵੀ ਇਹ ਕਾਰਨ ਕੀ ਆ, ਵੀ ਇੰਨਾ ਕਿਉਂ ਫਰਕ ਆ 400 ਦਾ ਜਾਂ 300 ਦਾ ਜਾਂ 200 ਦਾ ਜਾਂ 150 ਦਾ, ਕਿਉਂ ਫਰਕ ਆ? ਇਹ ਫਰਕ ਨਹੀਂ ਹੋਣਾ ਚਾਹੀਦਾ। ਹਰ ਇੱਕ ਬੰਦੇ ਦੀ ਆਪਣੀ ਖਰਚੇ ਨੇ, ਆਪਣੇ ਪਰਿਵਾਰ ਨੇ, ਬੱਚੇ ਪੜ੍ਹਾਉਣੇ ਨੇ, ਜ਼ਰੂਰ ਆ ਠੀਕ ਹੈ ਇਨਕਮ ਸੋਰਸ ਹੈਗਾ, ਪਰ ਲੇਕਿਨ ਉਹਨੂੰ ਇੰਨਾ ਜ਼ਿਆਦਾ ਨਾ ਰੱਖੋ ਜੀ ਦੂਸਰੇ ਬੰਦੇ ਦੀ, ਇੱਕ ਆਮ ਇਨਸਾਨ ਦੀ ਜੇਬ ਤੇ ਡਾਕਾ ਮਾਰੀਏ। ਇੱਕ ਡਾਕੇ ਦਾ ਹੀ ਰੂਪ ਬਣ ਜਾਂਦਾ ਜੇ ਆਪਾਂ ਕਿਸੇ ਦੀ 100 ਰੁਪਏ ਦੀ ਚੀਜ਼ ਆਪਾਂ 500 ਰੁਪਏ 'ਚ ਦੇ ਰਹੇ ਹਾਂ। ਉਹ ਇਸ ਕਰਕੇ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਵੀ ਇਹ ਜਿਹੜੀਆਂ ਸਾਰੀ ਚੀਜ਼ਾਂ ਜਿੰਨੇ ਵੀ ਮਾਫੀਆ ਜਾਂ ਜੋ ਵੀ ਹੈਗਾ ਇਸ ਸਿਸਟਮ ਨੂੰ ਕੰਟਰੋਲ ਕਰਨੇ ਸਰਕਾਰਾਂ ਦਾ ਹੀ ਫਰਜ਼ ਆ, ਆਮ ਇਨਸਾਨ ਨੂੰ ਜਿਹਦਾ ਫਾਇਦਾ ਹੋ ਸਕੇ। ਸੋ ਇਹ ਸਨ ਡਾਕਟਰ ਰੁਪਿੰਦਰ ਜੀ ਮੰਡੀ ਅਹਿਮਦਗੜ੍ਹ ਤੋਂ, ਜਿਹੜੇ ਕਿ ਮੋਦੀਖਾਨਾ ਇੱਥੇ ਦੇ ਜਿਹੜੇ ਚਲਾ ਰਹੇ ਨੇ, ਉਹ ਪ੍ਰਬੰਧਕ ਨੇ ਇੱਥੋਂ ਦੇ। ਇਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਗੁਰੂ ਨਾਨਕ ਨਾਮ ਦੇ ਨਾਲ ਅਸੀਂ ਜਿਹੜਾ ਮੋਦੀਖਾਨਾ ਖੋਲ੍ਹਿਆ, ਉਹਨਾਂ ਨੇ ਵੀ 13 ਤੋਲਿਆ ਸੀਗਾ, ਨੋ ਪ੍ਰੋਫਿਟ ਨੋ ਲਾਸ ਦੇ ਵਿੱਚ। ਉਹਨਾਂ ਨੇ ਵੀ ਨਾਨਕ ਸਾਹਿਬ ਦੇ ਜਿਹੜੇ ਇਤਿਹਾਸ ਦੇ ਉੱਤੇ ਜਿਹੜਾ ਉਹਨਾਂ ਦੇ ਨਕਸ਼ੇ ਚੱਲ ਕੇ ਇਹ ਲੋਕਾਂ ਦੀ ਸਮਾਜ ਭਲਾਈ ਜਿਹੜੀ ਕਰ ਰਿਹਾ ਇੱਕ ਦਵਾਈਆਂ ਦੇ ਜ਼ਰੀਏ, ਜੋ ਕਿ ਦਵਾਈਆਂ ਜਿਹੜੀਆਂ ਜਿਸ ਹੋਲਸੇਲ ਰੇਟ ਤੇ ਇਹ ਚੱਕਦੇ ਆ ਉਸੇ ਰੇਟ ਤੇ ਹੀ ਲੋਕਾਂ ਤੱਕ ਮੁਹੱਈਆ ਕਰਵਾਉਂਦੇ ਨੇ। ਨਾਨਕ ਦੇ ਨਾਮ ਦੇ ਉੱਤੇ ਚੱਲਦੇ ਹੋਏ ਇਹ ਲੋਕਾਂ ਦੀ ਭਲਾਈ ਕਰਨਾ ਚਾਹੁੰਦੇ ਨੇ ਤੇ ਕਰ ਰਹੇ ਨੇ। 2 ਮੋਦੀਖਾਨੇ ਪੰਜਾਬ ਦੇ ਵਿੱਚ ਖੁੱਲ੍ਹ ਚੁੱਕੇ ਨੇ, ਲੁਧਿਆਣੇ ਦਾ ਤੇ ਮੰਡੀ ਅਹਿਮਦਗੜ੍ਹ ਦਾ। ਅੱਗੇ ਦੀ ਵੀ ਤਿਆਰੀ ਹੈ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਮੋਦੀਖਾਨੇ ਜਿਹੜੇ ਹੋਰ ਵੀ ਖੋਲ੍ਹਣਗੇ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਇੱਕ ਵੱਡੀ ਰਾਹਤ ਹੈ ਜਿਹੜੀ ਦਵਾਈਆਂ ਦੀ, ਉਹ ਬੇਸ਼ੱਕ ਪੂਰੀ ਹੋਏਗੀ। ਕੈਮਰਾਮੈਨ ਬਲਵੀਰ ਬੰਟੀ ਦੇ ਨਾਲ ਵਿਸ਼ਾਲ ਸ਼ਾਰਦਾ, ਪ੍ਰਾਈਮ ਉਦੇ, ਲੁਧਿਆਣਾ।